ਜਦੋਂ ਗੱਲ ਫਸਲਾਂ ਦੀ ਚੱਲਦੀ ਤਾਂ ਕਿਸਾਨੀ ਚੇਤੇ ਆਉਂਦੀ ਏ, ਜਦੋਂ ਗੱਲ ਨਸਲਾਂ ਦੀ ਚੱਲਦੀ ਤਾਂ ਜਵਾਨੀ ਚੇਤੇ ਆਉਂਦੀ ਏ। ਇੱਥੇ ਨੌਜਵਾਨ ਇਹਨਾਂ ਮੁੰਡੇ ਕੁੜੀਆਂ ਨੂੰ ਤਿਆਰੀ ਕਰਵਾਉਂਦੇ ਨੇ। ਖਾਸ ਗੱਲ ਇਹ ਹੈ ਕਿ ਫ੍ਰੀ ਦੇ ਵਿੱਚ ਕੋਈ ਪੈਸਾ ਨਹੀਂ, ਪਰ ਇਹ ਉਹ ਜਵਾਨੀ ਹੈ ਜਿਹੜੇ ਪੜ੍ਹ ਲਿਖ ਰਹੇ ਨੇ, ਜਿਹੜੇ ਆਪਣੇ ਮਾਂ-ਪਿਓ ਦੇ ਸੁਪਨੇ ਪੂਰੇ ਕਰ ਰਹੇ ਨੇ। ਸਮੇਂ ਦੀਆਂ ਹੁਕਮਰਾਨ ਸਰਕਾਰਾਂ ਦੇ ਲਈ ਵੱਡਾ ਸਵਾਲ ਹੈ ਕਿ ਜਿਹੜੀ ਜਵਾਨੀ ਤਾਂ ਨਸ਼ੇ ਦੀ ਦਲਦਲ ਵਿੱਚ ਫਸੀ ਹੋਈ ਹੈ, ਨਾ ਤਾਂ ਉਹਨਾਂ ਨੂੰ ਕੱਢ ਰਹੇ ਨੇ। ਜਦੋਂ ਗੱਲ ਫਸਲਾਂ ਦੀ ਚੱਲਦੀ ਤਾਂ ਕਿਸਾਨੀ ਚੇਤੇ ਆਉਂਦੀ ਏ, ਜਦੋਂ ਗੱਲ ਨਸਲਾਂ ਦੀ ਚੱਲਦੀ ਤਾਂ ਜਵਾਨੀ ਚੇਤੇ ਆਉਂਦੀ ਏ। ਸਮੇਂ ਦੀਆਂ ਹੁਕਮਰਾਨ ਸਰਕਾਰਾਂ ਨੇ ਜਿੱਥੇ ਦੇਸ਼ ਦੀ ਕਿਸਾਨੀ ਨੂੰ ਬਰਬਾਦ ਕਰਨ ਦੇ ਲਈ ਲਿਆਂਦੇ ਕਾਨੂੰਨਾਂ ਸਦਕਾ ਦਿੱਲੀ ਦੀਆਂ ਬਰੂਹਾਂ ਤੇ ਆਪਣੇ ਹੱਕ ਲੈਣ ਲਈ ਖੜੇ ਕਰ ਲਈ ਮਜਬੂਰ ਕੀਤਾ ਹੋਇਆ ਹੈ, ਉੱਥੇ ਇਹਨਾਂ ਹੁਕਮਰਾਨ ਸਰਕਾਰਾਂ ਨੇ ਸਾਡੇ ਪੰਜਾਬ ਦੀ, ਸਾਡੇ ਦੇਸ਼ ਦੀ ਜਵਾਨੀ ਨੂੰ ਵੀ ਚੰਗਾ ਰਾਹ ਨਹੀਂ ਦਿਖਾਇਆ। ਬੇਰੁਜ਼ਗਾਰੀ, ਨਸ਼ੇ ਵਰਗੇ ਤੇ ਸਪੋਰਟਸ ਵਰਗੇ ਏਜੰਡੇ ਅਜੇ ਇਹਨਾਂ ਹੁਕਮਰਾਨ ਸਰਕਾਰਾਂ ਕੋਲੇ ਨਹੀਂ ਆਏ। ਜਦੋਂ ਕਿਸੇ ਧੀ ਦੀ ਅਜਿਹੀ ਵੀਡੀਓ ਵਾਇਰਲ ਹੁੰਦੀ ਹੈ ਜਿਹੜੀ ਸਾਡਾ ਸ਼ਰਮ ਨਾਲ ਸਿਰ ਝੁਕਾਉਂਦੀ ਹੈ, ਤੇ ਜਦੋਂ ਕਿਸੇ ਦਾ ਜਵਾਨ ਪੁੱਤ ਸੜਕ ਦੇ ਕਿਨਾਰੇ ਨਸ਼ੇ ਦੇ ਕਾਰਨ ਮਰਦਾ ਹੈ, ਤਾਂ ਉਦੋਂ ਅਸੀਂ ਖੂਬ ਤਮਾਸ਼ਾ ਵੇਖਦੇ ਹਾਂ ਤੇ ਸਮੇਂ ਦੀਆਂ ਸਰਕਾਰਾਂ ਨੇ ਸਾਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਹੋਇਆ ਹੈ। ਪਰ ਇੱਕ ਜਵਾਨੀ ਉਹ ਵੀ ਹੈ ਜਿਹੜੀ ਗਰਾਊਂਡਾਂ ਦੇ ਵਿੱਚ ਆਪਣੇ ਮਾਂ-ਪਿਓ ਦੇ ਸੁਪਨੇ ਪੂਰੇ ਕਰਨ ਲਈ, ਆਪਣੀਆਂ ਰੀਝਾਂ ਪੂਰੀਆਂ ਕਰਨ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ। ਗਰਾਊਂਡਾਂ ਦੇ ਵਿੱਚ ਉਹ ਵੀ ਜਵਾਨੀ ਹੈ ਜਿਹੜੀ ਸਵੇਰੇ ਸ਼ਾਮ ਆ ਕੇ ਮਿਹਨਤਾਂ ਨਾਲ ਪੁਲਿਸ ਦੀ ਤਿਆਰੀ, ਫੌਜ ਦੀ ਤਿਆਰੀ ਜਾਂ ਚੰਗਾ ਖਿਡਾਰੀ ਬਣਨ ਦੇ ਲਈ ਨਿੱਤ ਗਰਾਊਂਡ ਆਉਂਦੀ ਹੈ। ਅਸੀਂ ਤੇ ਇਹ ਹੁਕਮਰਾਨ ਸਰਕਾਰਾਂ ਇਸ ਜਵਾਨੀ ਵੱਲ ਧਿਆਨ ਨਹੀਂ ਦਿੰਦੀਆਂ। ਅਜਿਹਾ ਹੀ ਕੁਝ ਵਾਪਰ ਰਿਹਾ ਹੈ ਬਰੇਟਾ ਵਿਖੇ, ਜਿੱਥੇ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਗਰਾਊਂਡ ਵਿੱਚ ਆਉਂਦੇ ਨੇ, ਪਰ ਇਸ ਗਰਾਊਂਡ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਨੇ, ਬਹੁਤ ਸਾਰੇ ਸਾਧਨਾਂ ਦੀ ਘਾਟ ਹੈ, ਜਿਸ ਕਾਰਨ ਉਹ ਆਪਣੀਆਂ ਜਿਹੜੀਆਂ ਤਿਆਰੀਆਂ ਨੇ ਉਹ ਸਹੀ ਤਰੀਕੇ ਨਾਲ ਨਹੀਂ ਕਰ ਪਾ ਰਹੇ। ਬੇਸ਼ੱਕ ਮਹਾਰਾਜਾ ਰਣਜੀਤ ਸਿੰਘ ਯੂਥ ਵੈਲਫੇਅਰ ਕਲੱਬ ਵੱਲੋਂ ਇਸ ਗਰਾਊਂਡ ਨੂੰ ਤਿਆਰ ਕਰਨ ਦੇ ਲਈ ਸਮੇਂ-ਸਮੇਂ ਤੇ ਉਪਰਾਲੇ ਕੀਤੇ ਜਾ ਰਹੇ ਨੇ। ਇਹਨਾਂ ਨੌਜਵਾਨ ਮੁੰਡੇ ਕੁੜੀਆਂ ਨੂੰ ਚੰਗੀ ਗਾਈਡੈਂਸ ਦਿੱਤੀ ਜਾ ਰਹੀ ਹੈ। ਇੱਕ ਅਧਿਆਪਕ, ਇੱਕ ਨੌਜਵਾਨ ਇਹਨਾਂ ਨੌਜਵਾਨ ਮੁੰਡੇ ਕੁੜੀਆਂ ਨੂੰ ਤਿਆਰੀ ਕਰਾਉਣ ਲਈ ਦਿਨ ਰਾਤ ਸਵੇਰੇ ਸ਼ਾਮ ਗਰਾਊਂਡ ਵਿੱਚ ਲੱਗੇ ਹੋਏ ਨੇ। ਇੱਕ ਅਧਿਆਪਕ ਤੇ ਇੱਕ ਫੌਜ ਦੀ ਤਿਆਰੀ ਕਰਦਾ ਉਹ ਨੌਜਵਾਨ ਗੁਰਦੀਪ ਸਿੰਘ, ਜਿਹੜਾ ਇੱਥੇ ਨੌਜਵਾਨ ਇਹਨਾਂ ਮੁੰਡੇ ਕੁੜੀਆਂ ਨੂੰ ਤਿਆਰੀ ਕਰਵਾਉਂਦੇ ਨੇ। ਖਾਸ ਗੱਲ ਇਹ ਹੈ ਕਿ ਫ੍ਰੀ ਦੇ ਵਿੱਚ ਕੋਈ ਪੈਸਾ ਨਹੀਂ। ਹਾਂ, ਗਰਾਊਂਡ ਦੇ ਲਈ ਜ਼ਰੂਰ ਇਹ ਤਿਲ ਫੁੱਲ ਸਾਰੇ ਪਾ ਕੇ ਇਸ ਗਰਾਊਂਡ ਨੂੰ ਸ਼ਿੰਗਾਰ ਰਹੇ ਨੇ, ਪਰ ਸਮੇਂ ਦੀਆਂ ਹੁਕਮਰਾਨ ਸਰਕਾਰਾਂ ਦੇ ਲਈ ਵੱਡਾ ਸਵਾਲ ਹੈ ਕਿ ਜਿਹੜੀ ਜਵਾਨੀ ਤਾਂ ਨਸ਼ੇ ਦੀ ਦਲਦਲ ਵਿੱਚ ਫਸੀ ਹੋਈ ਹੈ, ਨਾ ਤਾਂ ਉਹਨਾਂ ਨੂੰ ਕੱਢ ਰਹੇ ਨੇ। ਪਰ ਇਹ ਉਹ ਜਵਾਨੀ ਹੈ ਜਿਹੜੇ ਪੜ੍ਹ ਲਿਖ ਰਹੇ ਨੇ, ਜਿਹੜੇ ਆਪਣੇ ਮਾਂ-ਪਿਓ ਦੇ ਸੁਪਨੇ ਪੂਰੇ ਕਰ ਰਹੇ ਨੇ, ਜਾਂ ਇਹ ਕੋਈ ਫੌਜ ਦੀ ਤਿਆਰੀ ਕਰਦਾ, ਕੋਈ ਪੁਲਿਸ ਦੀ ਤਿਆਰੀ ਕਰਦਾ।
ਪਰ ਇੱਥੇ ਗਰਾਊਂਡ ਦੇ ਵਿੱਚ ਜਿਹੜੀਆਂ ਘਾਟਾਂ ਨੇ ਜੇਕਰ ਉਹ ਪੂਰੀਆਂ ਕਰਤੀਆਂ ਜਾਣ ਤਾਂ ਇਸ ਗਰਾਊਂਡ ਦੇ ਵਿੱਚੋਂ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਨੇ। ਜਗਸੀਰ, ਵੱਡਾ ਮਾਣ ਵੱਡੀ ਖੁਸ਼ੀ ਇੱਥੇ ਆ ਕੇ ਇਹ ਮਿਲਦੀ ਹੈ ਕਿ ਤੁਸੀਂ ਨੇ ਇੱਕ ਲੜਕੀਆਂ ਤੇ ਲੜਕਿਆਂ ਦੇ ਲਈ ਇੱਕ ਮਾਹੌਲ ਸਿਰਜ ਦੇਣਾ, ਇਹ ਵੱਡੀ ਗੱਲ ਹੁੰਦੀ ਹੈ। ਇਹ ਮਾਹੌਲ ਤੁਸੀਂ ਕਿਵੇਂ ਸਿਰਜ ਪਾਏ? ਕੀ ਤੁਹਾਨੂੰ ਦਿੱਕਤ ਆਈਆਂ? ਕੀ ਮਾਂ ਪਿਓ ਜਿਹੜੇ ਲੜਕੀਆਂ ਨੂੰ ਉਸ ਚਾਅ ਨਾਲ ਭੇਜ ਦਿੰਦੇ ਨੇ? ਦੇਖੋ ਜੀ, ਸਾਨੂੰ ਅੱਜ ਕੱਲ੍ਹ ਦੇ ਦੌਰ ਵਿੱਚ ਜਿਹੜਾ ਚੱਲ ਰਿਹਾ ਹੈ ਨਸ਼ਿਆਂ ਦਾ ਦੌਰ, ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਇਸ ਗਰਾਊਂਡ ਦੇ ਵਿੱਚ ਆ ਕੇ ਇੱਕ ਤਾਂ ਆਪਦੇ ਸਰੀਰ ਨੂੰ ਫਿੱਟ ਰੱਖਦੇ ਹਾਂ, ਤੰਦਰੁਸਤ ਰੱਖਦੇ ਹਾਂ। ਦੂਜਾ, ਅਸੀਂ ਜਿਹੜੀ ਅੱਜ ਕੱਲ੍ਹ ਪੀੜ੍ਹੀ ਹੈ ਜਿਹੜੀ ਇਹ ਨਸ਼ਿਆਂ ਦੇ ਦਲਦਲ ਵਿੱਚ ਫਸੀ ਪਈ ਹੈ, ਅਤੇ ਜਿਹੜੇ ਸਾਡੇ ਬੱਚੇ ਨੇ, ਮੁੰਡੇ ਨੇ, ਕੁੜੀਆਂ ਨੇ, ਪੇਰੈਂਟਸ ਉਰੇ ਭੇਜਦੇ ਨੇ ਤਾਂ ਉਹ ਉਰੇ ਆ ਕੇ ਆਪਣੇ ਸਰੀਰ ਨੂੰ ਫਿੱਟ ਤੰਦਰੁਸਤ ਰੱਖ ਸਕਦੇ ਨੇ। ਅਤੇ ਨਾਲ ਉਹ ਕੀ ਇੱਥੇ ਸਾਡੇ ਨਾਲ ਫੌਜ ਦੀ, ਪੁਲਿਸ ਦੀ, ਆਰਮੀ ਸਾਰੀ ਕੁਛ ਦੀ ਤਿਆਰੀ ਕਰਦੇ ਨੇ, ਜਿਹਦੇ ਨਾਲ ਕਿ ਉਹ ਸਰੀਰ ਨੂੰ ਫਿੱਟ ਰੱਖ ਸਕਦੇ ਨੇ, ਬਿਮਾਰੀਆਂ ਤੋਂ ਰਹਿਤ ਰੱਖ ਸਕਦੇ ਨੇ। ਇਸ ਗਰਾਊਂਡ ਦੇ ਵਿੱਚ ਅਫਸੋਸ ਹੈ ਕਿ ਗਰਾਊਂਡ ਸਾਫ਼ ਸੁਥਰਾ ਹੈਗਾ, ਤੁਸੀਂ ਸਾਰਿਆਂ ਨੇ ਸਫਾਈ ਕੀਤੀ ਹੋਈ ਹੈ, ਜਿਹੜਾ ਰਾਉਂਡ ਅਪ ਆ ਉਹ ਬਣਿਆ ਹੋਇਆ। ਕਿਹੜੀਆਂ ਘਾਟਾਂ ਨੇ ਜਾਂ ਕਿਹੜੀਆਂ ਲੋੜਾਂ ਨੇ ਜਿਹੜੀਆਂ ਇਸ ਗਰਾਊਂਡ ਨੂੰ ਹਰ ਹਾਲਤ ਵਿੱਚ ਚਾਹੀਦੀਆਂ ਨੇ, ਜਿਹਦੇ ਨਾਲ ਤੁਹਾਡੀ ਜਿਹੜੀ ਤਿਆਰੀ ਹੈ ਫੌਜ ਦੀ ਹੋਵੇ, ਚਾਹੇ ਪੁਲਿਸ ਦੀ ਹੋਵੇ, ਚਾਹੇ ਤੁਹਾਡੀ ਫਿਜ਼ੀਕਲ ਫਿਟਨੈਸ ਦੀ ਹੋਵੇ, ਕਿਹੜੀਆਂ ਲੋੜਾਂ ਨੇ ਜਿਹੜੀਆਂ ਅਸੀਂ ਪੂਰੀਆਂ ਕਰਾਉਣਾ ਚਾਹੁੰਦੇ ਹਾਂ ਅਤੇ ਸਮੇਂ ਦੀ ਜਿਹੜੀ ਹੁਕਮਰਾਨ ਸਰਕਾਰ ਹੈ ਜਾਂ ਮੌਕੇ ਦਾ ਪ੍ਰਸ਼ਾਸਨ ਹੈ, ਠੀਕ ਹੈ, ਉਹ ਉਹਨਾਂ ਲੋੜਾਂ ਵੱਲ ਧਿਆਨ ਦੇਵੇ? ਦੇਖੋ ਜੀ, ਗਰਾਊਂਡ ਦੀ ਗੱਲ ਹੋਈ ਹੈ। ਗਰਾਊਂਡ ਇਹ ਸਾਡੇ ਬੱਚੇ ਨਾਲ ਗੁਰਦੀਪ ਇਹ ਖੜੇ ਨੇ, ਸਾਡੇ ਨਾਲ ਪ੍ਰਧਾਨ ਖੜੇ ਨੇ, ਅਤੇ ਹੋਰ ਮੁੰਡੇ ਸਾਡੇ ਜੀਤੀ ਅਤੇ ਆਪਣੇ ਸਾਰੇ ਮੁੰਡੇ ਜਿਨ੍ਹਾਂ ਨੇ ਸਹਿਯੋਗ ਪਾ ਕੇ, ਕਿਸੇ ਨੇ 100 ਰੁਪਈਆ, ਕਿਸੇ ਨੇ 200 ਰੁਪਈਆ ਪਾ ਕੇ, ਅਤੇ ਕਿਸੇ ਦੇ ਕੋਲੋਂ 1000 ਰੁਪਈਆ ਲਿਆ, ਕਿਸੇ ਤੋਂ 1100 ਲਿਆ, ਇਹ ਕਰਕੇ ਇਹ ਗਰਾਊਂਡ ਆ ਜਿਹੜਾ ਉਹ ਤਿਆਰ ਕਰਵਾਇਆ ਹੈ। ਸਾਨੂੰ ਇਹਦੇ ਵਿੱਚ ਕਿਸੇ ਦਾ ਕੋਈ ਫੰਡ ਦਾ ਸਹਿਯੋਗ ਨਹੀਂ, ਸਿਰਫ ਸਾਡੇ ਜਿਹੜੇ ਮੁੰਡੇ ਪ੍ਰੈਕਟਿਸ ਕਰਦੇ ਨੇ ਇੱਥੇ, ਕਿਸੇ ਨੇ 100 ਪਾਇਆ, ਕਿਸੇ ਨੇ 50 ਪਾਇਆ, 200 ਪਾਇਆ, ਉਹਨਾਂ ਦੇ ਸਹਿਯੋਗ ਨਾਲ, ਪੈਸਿਆਂ ਦੇ ਸਹਿਯੋਗ ਨਾਲ ਸਾਡਾ ਇਹ ਗਰਾਊਂਡ ਹੈ ਜਿਹੜਾ ਤਿਆਰ ਕਰਾਇਆ। ਹੁਣ 3-4 ਦਿਨ ਲਗਾਤਾਰ ਇੱਥੇ ਟਰੈਕਟਰ JCB ਚੱਲਦਾ ਰਿਹਾ, ਕਰਾਹੇ ਕੰਪਿਊਟਰ ਕਰਾਹੇ ਨਾਲ ਫਿਰ ਇਹ ਗਰਾਊਂਡ ਸਾਰਾ ਜਿਹੜਾ 400 ਮੀਟਰ ਦਾ ਟਰੈਕ ਅਸੀਂ ਤਿਆਰ ਕਰਿਆ। ਮੇਰੇ ਨਾਲ ਨੌਜਵਾਨ ਗੁਰਦੀਪ ਸਿੰਘ ਖੜੇ ਨੇ। ਗੁਰਦੀਪ ਸਿੰਘ ਆਪ ਖੁਦ ਫੌਜ ਵਿੱਚ ਭਰਤੀ ਹੋਣ ਦਾ ਸੁਪਨਾ ਲੈ ਕੇ ਜਦੋਂ ਇਹ ਗਰਾਊਂਡ ਸਾਫ਼ ਨਹੀਂ ਹੁੰਦਾ ਸੀ ਉਦੋਂ ਇੱਥੇ ਆਉਣਾ ਸ਼ੁਰੂ ਹੋਇਆ। ਬੇਸ਼ੱਕ ਆਪ ਅਜੇ ਤੱਕ ਭਰਤੀ ਤਾਂ ਨਹੀਂ ਹੋ ਸਕਿਆ, ਪਰ ਇਹਦੀ ਵੱਡੀ ਕਾਮਯਾਬੀ ਇਹ ਹੈ ਕਿ ਇਸ ਗਰਾਊਂਡ ਦੇ ਵਿੱਚੋਂ ਤਿਆਰੀ ਕਰਵਾ ਕੇ ਬਹੁਤ ਸਾਰੇ ਨੌਜਵਾਨ ਜਿਹੜੇ ਅੱਜ ਫੌਜ ਦੇ ਵਿੱਚ ਭਰਤੀ ਹੋ ਗਏ ਨੇ। ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗੁਰਦੀਪ, ਜਦੋਂ ਇਸ ਗਰਾਊਂਡ ਦੀ ਸ਼ੁਰੂਆਤ ਹੋਈ ਸੀ ਉਹ ਹਾਲਾਤ ਕਿਸ ਤਰ੍ਹਾਂ ਦੇ ਸੀਗੇ, ਉਹਦੇ ਬਾਰੇ ਥੋੜ੍ਹਾ ਚਾਨਣਾ ਪਾਓ। ਸਰ ਜੀ, ਸਤਿ ਸ਼੍ਰੀ ਅਕਾਲ ਜੀ। ਸਰ, ਪਹਿਲਾਂ ਤਾਂ ਜਿਸ ਟਾਈਮ ਇਹਦੇ ਹਾਲਾਤ ਸੀ ਸਰ, ਅਸੀਂ 2016 ਦੇ ਵਿੱਚ ਇਸ ਨੂੰ ਤਿਆਰ ਕੀਤਾ ਸੀਗਾ। ਉਹ ਟਾਈਮ ਵੀ ਇੱਥੇ ਕੁਛ ਵੀ ਨਹੀਂ, ਸਾਰੀਆਂ ਝਾੜੀਆਂ ਸੀ, ਮਤਲਬ ਮਿਲਖਾ ਬਾਈ ਦੀਆਂ ਇੱਧਰ ਸਾਰੇ, ਮਤਲਬ ਬਾਉਂਡਰੀ ਕੁਛ ਵੀ ਨਹੀਂ ਸੀਗਾ, ਇੱਕ ਬਸ ਝਾੜੀਆਂ ਦੀਆਂ। ਅਤੇ ਅਸੀਂ ਪਹਿਲਾਂ ਦਾਣਾ ਮੰਡੀ 'ਚ ਤਿਆਰੀ ਲਾਇਆ ਕਰਦੇ ਸੀਗੇ। ਇਹ ਆਪਣੇ ਪਿੰਡ 'ਚੋਂ ਵੀ ਨਾਮ ਨਹੀਂ ਸਾਨੂੰ ਯਾਦ, ਜਿਨ੍ਹਾਂ ਨੇ ਸਾਨੂੰ ਜ਼ਮੀਨ ਦਾਨ ਕੀਤੀ ਸੀਗੀ, ਉਹਨਾਂ ਨੇ ਸਾਨੂੰ ਇਹ ਮਤਲਬ ਜ਼ਮੀਨ ਦਿੱਤੀ ਸੀਗੀ ਸਕੂਲ ਵੱਲੋਂ। ਇਹ ਜ਼ਮੀਨ ਵੈਸੇ ਤਾਂ ਸਾਨੂੰ ਇਹ ਸਕੂਲ ਨੂੰ ਦਾਨ ਕੀਤੀ ਹੋਈ ਜ਼ਮੀਨ, ਸਕੂਲ ਤੋਂ ਅਸੀਂ ਨੇ ਮਤਲਬ ਲਾ ਲਓ ਜੀ ਉਹਨਾਂ ਤੋਂ ਲਿਖਵਾ ਕੇ ਵੀ, ਅਸੀਂ ਗਰਾਊਂਡ ਨਹੀਂ ਹੈਗਾ ਬਰੇਟੇ 'ਚ ਵੀ, ਅਸੀਂ ਗਰਾਊਂਡ ਚਾਹੀਦਾ ਸਾਨੂੰ, ਉਹਨਾਂ ਨੇ ਸਾਨੂੰ ਸਕੂਲ ਵੱਲੋਂ ਵੀ ਲਿਖਵਾ ਤਾ। ਸਕੂਲ ਵਾਲਿਆਂ ਨੇ ਸਾਨੂੰ ਲਿਖ ਕੇ ਦਿੱਤਾ ਵੀ ਹਾਂ ਤੁਹਾਨੂੰ ਗਰਾਊਂਡ ਵਾਸਤੇ ਵੀ ਪਾਸ ਕੀਤਾ ਗਿਆ ਗਾ, ਵੀ ਗਰਾਊਂਡ ਤੁਸੀਂ ਬਣਾ ਸਕਦੇ ਹੋ। ਵੀ ਬਾਈਆਂ ਨੇ ਫਿਰ ਸਹਿਯੋਗ ਦਿੱਤਾ ਜੀ ਸਾਨੂੰ, ਲਾ ਲਓ ਮੰਮੂ ਬਾਈ ਲਾ ਲਓ, ਸੂਰਤ ਬਾਈ ਲਾ ਲਓ, ਇਹਨਾਂ ਨੇ ਸਾਰਿਆਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਜੀ। ਉਦੋਂ ਇਸ ਟਾਈਮ ਵੀ ਲਾ ਲਓ ਜੀ, ਹੁਣ ਭਰਤੀ ਵੀ ਬਹੁਤ ਹੋਏ ਨੇ ਬਾਈ ਇੱਥੋਂ ਇਸ ਟਾਈਮ। ਜਦੋਂ ਹੁਣ ਮੁੰਡੇ ਹੁਣ ਲਾ ਲਓ ਜੀ 2019 ਦੇ ਵਿੱਚ 20 ਦੇ ਵਿੱਚ ਸੌਰੀ, ਹੁਣ 31 ਮੁੰਡਿਆਂ ਨੇ ਰੇਸ ਲਾਈ ਸੀ ਜੀ ਇਹਦੇ ਵਿੱਚ, ਆਹ ਗਰਾਊਂਡ 'ਚੋਂ ਤਿਆਰੀ ਲਾ ਕੇ। ਅਤੇ ਉਦੋਂ ਬਾਅਦ ਜੀ ਮਤਲਬ ਪਹਿਲਾਂ ਵੀ ਮੁੰਡੇ ਕਾਫੀ ਭਰਤੀ ਹੋਏ ਸੀਗੇ, ਉਹਨਾਂ ਨੇ ਵੀ ਮਤਲਬ ਇੰਨਾ ਸਹਿਯੋਗ ਵੀ ਦਿੱਤਾ, ਬਹੁਤ ਦਿੱਤਾ, ਬਸ ਵੀ ਅਸੀਂ ਇੰਨਾ ਉਹ ਨਹੀਂ ਕੀਤਾ, ਮਤਲਬ ਉਹਨਾਂ ਨੇ ਸਹਿਯੋਗ ਨੋਰਮਲੀ ਕੀਤਾ ਗਾ। ਵੀ ਹੁਣ ਜਿਹੜੇ ਬਾਈ ਹੁਣ 31 ਮੁੰਡਿਆਂ ਨੇ ਰੇਸ ਲਾਈ, ਜਿਹਦੇ ਵਿੱਚ 22 ਮੁੰਡੇ ਪੇਪਰ 'ਚ ਨੇ ਜੀ। ਹੁਣ ਇਹਨਾਂ ਨੇ ਜੋ ਵੀ ਹੁਣ ਇਹਨਾਂ ਨੇ ਵਿਚਾਰਿਆਂ ਨੇ ਇਕੱਠ ਕੀਤਾ, ਫੰਡ ਕੀਤਾ, ਜੋ ਵੀ ਸੀ ਫੰਡ ਕਰ ਕਰਕੇ 100 ਰੁਪਈਆ 200 ਰੁਪਈਆ ਲਾ ਲਓ, ਜਿੰਨੇ ਵੀ ਬਾਈਆਂ ਨਾਲ ਸਰਦਾ ਸੀ, ਗਰਾਊਂਡ ਅਸੀਂ ਤਿਆਰ ਕੀਤਾ ਗਾ। ਇਸ 5-4 ਸਾਲਾਂ ਦੇ ਵਕਫੇ ਦੇ ਵਿੱਚ ਕਿੰਨੇ ਕੁ ਨੌਜਵਾਨ ਨੇ ਅੰਦਾਜ਼ਾ ਵੀ ਇਸ ਗਰਾਊਂਡ ਦੇ ਵਿੱਚੋਂ ਤੁਹਾਡੀ ਦੇਖ ਰੇਖ ਹੇਠ, ਜਗਸੀਰ ਸਿੰਘ ਦੀ ਦੇਖ ਰੇਖ ਹੇਠ ਤਿਆਰੀ ਕਰਕੇ, ਮਹਾਰਾਜਾ ਰਣਜੀਤ ਸਿੰਘ ਦੀ ਦੇਖ ਰੇਖ ਹੇਠ ਤਿਆਰੀ ਕਰਕੇ ਕਿੰਨੇ ਕੁ ਨੌਜਵਾਨ ਨੇ ਜਿਹੜੇ ਅੰਦਾਜ਼ਾ ਵੀ ਭਰਤੀ ਹੋ ਚੁੱਕੇ ਨੇ? ਬਾਈ ਦੀ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਜੀ, ਪਹਿਲਾਂ CRPF 'ਚ ਵੀ ਗਏ ਨੇ, ਪੰਜਾਬ ਪੁਲਿਸ 'ਚ ਵੀ ਗਏ ਨੇ, ਆਰਮੀ 'ਚ ਜ਼ਿਆਦਾ ਗਏ ਨੇ।
ਠੀਕ ਹੈ ਜੀ। ਹੁਣ ਮੇਰਾ ਭਰਾ ਗਿਆ ਹੈਗਾ CRPF ਵਿੱਚ, ਇੱਥੇ ਹੀ ਤਿਆਰੀ ਕਰਕੇ ਗਿਆ। ਮਾਵਣ ਬਹਾਦਰਪੁਰ ਤੋਂ ਹੀ ਮੁੰਡੇ ਇੱਥੇ ਤਿਆਰੀ ਲਾਉਣ ਆਇਆ ਕਰਦੇ ਸੀਗੇ। ਬਾਈ ਨੇ ਬਹੁਤ ਤਿਆਰੀ ਕਰਵਾਈ ਹੈ ਸਾਡੀ। ਪਹਿਲਾਂ ਬਾਈ ਤੋਂ ਮੈਂ ਸਿੱਖਿਆਗਾ, ਪਹਿਲਾਂ ਰੂਪ ਬਾਈ ਆਇਆ ਕਰਦੇ ਸੀ, ਉਹਨਾਂ ਤੋਂ ਮੈਂ ਸਿੱਖਿਆਗਾ। ਫਿਰ ਸਤਿਗੁਰ ਬਾਈ ਆਏ, ਉਹਨਾਂ ਤੋਂ ਵੀ ਬਹੁਤ ਹਰੇਕ ਨਾਲ ਲਾ ਲਓ ਜੀ, ਹਰੇਕ ਤੋਂ ਸਿੱਖਣ ਨੂੰ ਮਿਲੇਗਾ। ਬਾਈ ਥੋੜ੍ਹਾ ਜਿਹਾ ਆਪਦੇ ਕੰਮਾਂ 'ਚ ਰੁੱਝ ਰਹੇ ਸੀ, ਫਿਰ ਉਸ ਤੋਂ ਬਾਅਦ ਹਟ ਗਏ ਜੀ ਬਾਈ। ਅਤੇ ਬਾਈ ਨੇ ਸਾਨੂੰ ਜਦੋਂ ਵੀ ਬਾਈ ਨੇ ਦਿੱਤਾ ਸਹਿਯੋਗ ਪੂਰਾ ਦਿੱਤਾ ਸਾਨੂੰ, ਕਦੇ ਵੀ ਸਾਡੇ ਤੋਂ ਪਿੱਛੇ ਨਹੀਂ ਹਟੇ। ਅੱਜ ਵੀ ਜਦੋਂ ਵੀ ਅਸੀਂ ਬੁਲਾਉਂਦੇ ਹਾਂ ਬਾਈ ਆ ਜਾਂਦੇ ਨੇ, ਸਹਿਯੋਗ ਦਿੰਦੇ ਨੇਗੇ। ਹੁਣ ਇਸ ਵਾਰ ਵੀ 2020 ਦੇ ਵਿੱਚ ਮੁੰਡਿਆਂ ਨੇ ਵੀ 31 ਮੁੰਡਿਆਂ ਨੇ ਸਰ ਰੇਸ ਲਾਈ ਹੈ, ਵੀ ਫਿੱਟ ਹੋਏ ਨੇ ਫਿਜ਼ੀਕਲ, ਵੀ ਉਹਨਾਂ ਦੇ ਵਿੱਚ 22 ਮੁੰਡੇ ਇਸ ਵਾਰ ਫਿਲਹਾਲ ਫਿੱਟ ਨੇ ਜੀ। 22 ਪੇਪਰ ਦੇਣਗੇ ਜੀ। ਖਾਸ ਮੰਗਾਂ ਗਰਾਊਂਡ ਦੀਆਂ ਸਰ ਤੁਹਾਨੂੰ ਐਟ ਏ ਟਾਈਮ ਜਿੰਨਾ ਬਿਨਾਂ ਸਰ ਨਹੀਂ ਰਿਹਾ ਹੈਗਾ? ਸਰ ਸਭ ਤੋਂ ਵੱਡੀ ਤਾਂ ਮੰਗ ਇਹੀ ਹੈ ਵੀ ਪਾਣੀ ਨਹੀਂ ਹੈਗਾ ਇੱਥੇ, ਵੀ ਰਨਿੰਗ ਕਰਦੇ ਆ ਕੈਂਪਰ ਕੋਈ ਪਹਿਲਾਂ ਮਿਲਖੇ ਦੇ ਪਾਣੀ ਪੀਆ ਕਰਦੇ ਜੀ, ਮਿਲਖਾ ਦੇ ਉੱਤੇ ਕਾਲਜ 'ਚ ਪਾਣੀ ਪੀਣੀ ਜਾਇਆ ਕਰਦੇ, ਫਿਰ ਘਰੋਂ ਬੋਤਲਾਂ ਲੈਣ ਲੱਗ ਗਏ। ਹੁਣ ਬਸ ਐਂ ਲਾ ਲਓ ਜੀ, ਹੁਣ ਕੈਂਪਰ ਲਿਆਉਂਦੇ ਸਾਰੇ ਫੰਡ ਇਕੱਠਾ ਕਰਦੇ ਜੀ, 10-10 ਰੁਪਏ 20-20 ਰੁਪਏ ਲੈਂਦੇ ਆ, ਅਤੇ ਕੈਂਪਰ ਲਿਆਉਂਦੇ 2 ਲਿਆਉਂਦੇ 3 ਲਿਆਉਂਦੇ, ਅਤੇ ਉਹ ਸਾਰਾ ਪਾਣੀ ਦੀ ਲੱਗ ਜਾਂਦਾ। ਸਮੱਸਿਆ ਸਭ ਤੋਂ ਵੱਡੀ ਪਾਣੀ ਦੀ ਹੈ ਜੀ ਇੱਥੇ। ਕਦੇ ਕੋਈ ਦੇਖੋ ਸਮੇਂ ਦੀਆਂ ਸਰਕਾਰਾਂ ਸਮੇਂ-ਸਮੇਂ ਜੁਮਲੇ ਛੱਡਦੀਆਂ ਨੇ, ਅਸੀਂ ਜਵਾਨੀ ਲਈ ਇਹ ਕਰਾਂਗੇ, ਅਸੀਂ ਉਹ ਕਰਾਂਗੇ। ਕਦੇ ਕੋਈ ਇੱਥੇ ਲੀਡਰ ਆਇਆ ਹੋਵੇ, ਮੌਕੇ ਦੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਆਏ ਹੋਣ, ਜਾਂ ਕੋਈ ਹੋਰ ਕਿਸੇ MLA MP ਨੇ ਆ ਕੇ ਤੁਹਾਡੇ ਨਾਲ ਕਿਸ ਤਰ੍ਹਾਂ ਵਾਅਦਾ ਕੀਤਾ ਹੋਵੇ ਕਲੱਬ ਦੇ ਤੌਰ 'ਤੇ, ਵੀ ਅਸੀਂ ਗਰਾਊਂਡ ਲਈ ਇਹ ਕਰਾਂਗੇ, ਕੋਈ ਤੁਸੀਂ ਗਏ ਹੋ ਮੰਗ ਪੱਤਰ ਲੈ ਕੇ, ਕੀ ਕਿਸੇ ਨੂੰ ਮਿਲੇ? ਹਾਂ ਗਏ ਆ ਜੀ, ਪਹਿਲਾਂ 2016 'ਚ ਹੀ ਗਏ ਸੀ। ਉਦੋਂ ਮਤਲਬ ਕਲੱਬ ਰਜਿਸਟਰਡ ਤਾਂ ਕਰਵਾਇਆ ਸੀ ਜੀ, ਵੀ ਉਦੋਂ ਵੀ ਬਸ ਸਾਨੂੰ ਫੰਡ ਵੀ ਆਇਆ ਸੀ, ਬਸ ਕਲੱਬ ਥੋੜ੍ਹਾ ਜਿਹਾ ਵੀ ਰਜਿਸਟਰਡ ਨੇ ਹੋਰ ਤਰੀਕੇ ਨਾਲ ਕਰਵਾਇਆ। ਮਹਾਰਾਜਾ ਰਣਜੀਤ ਸਿੰਘ ਸੀਗਾ, ਬਸ ਉਹ ਸਾਡੀ ਗਲਤੀ ਰਹਿ ਗਈ ਸਰ, ਉਹਦੇ ਲਈ ਮਾਫੀ ਚਾਹੁੰਦੇ ਹਾਂ। ਵੀ ਬਹੁਤ ਆਏ ਨੇਗੇ, ਮਦਦ ਵੀ ਕੀਤੀ ਆ। ਬਸ ਹੁਣ ਫਿਲਹਾਲ ਤਾਂ MC ਨੇ, ਕਿਸੇ ਨੇ 2100 ਦਿੱਤਾ, ਕਿਸੇ ਨੇ 1100 ਦਿੱਤਾ, MC ਨੇ ਕੀਤੀ ਜੀ ਫਿਲਹਾਲ ਤਾਂ ਇੰਨੀ, ਬਾਕੀ ਤਾਂ ਕਿਸੇ ਵੱਲੋਂ ਕੁਛ ਹੈਲਪ ਨਹੀਂ ਮਿਲੀ ਸਾਨੂੰ। ਮੇਰੇ ਨਾਲ ਨੌਜਵਾਨ ਖੜਾ ਹੈ ਜਿਹੜੇ ਹਰ ਰੋਜ਼ ਸਵੇਰੇ ਸ਼ਾਮ ਗਰਾਊਂਡ ਦੇ ਵਿੱਚ ਤਿਆਰੀ ਕਰਦੇ ਨੇ। ਕੀ ਨਾਮ ਵੀਰ ਜੀ? ਮੇਰਾ ਨਾਮ ਜੀ ਸੰਜੂ ਹੈ ਜੀ। ਸੰਜੂ, ਮੈਨੂੰ ਲੱਗਦਾ ਤੁਸੀਂ ਫੌਜ ਦੀ ਤਿਆਰੀ ਕਰਦੇ ਹੋ? ਹਾਂਜੀ ਸਰ, ਅਸੀਂ ਫੌਜ ਦੀ ਤਿਆਰੀ ਕਰ ਰਹੇ ਹਾਂ। ਅਸੀਂ 2016 ਤੋਂ ਹੀ ਲੱਗ ਰਹੇ ਹਾਂ ਸਾਰੇ ਉਰੇ ਤਿਆਰੀ ਕਰਨ, ਅਤੇ ਸਾਡਾ ਹੀ 2 ਵਾਰ ਟ੍ਰਾਇਲ ਕਲੀਅਰ ਹੋ ਗਿਆ ਬਾਈ ਦੀ ਦੇਖ ਰੇਖ 'ਚ। ਪਹਿਲਾਂ ਸਾਨੂੰ ਰਨਿੰਗ ਦੀ ਜਮੀ ਪ੍ਰੈਕਟਿਸ ਨਹੀਂ ਸੀ, ਬਾਈ ਨੇ ਜਿਵੇਂ ਤਿਆਰੀ ਕਰਵਾਈ ਸਾਡੇ, ਮੇਰੇ 2 ਵਾਰ ਟ੍ਰਾਇਲ ਕਲੀਅਰ। ਪਹਿਲਾਂ BSF ਦਾ ਜੀ ਟ੍ਰਾਇਲ ਕਲੀਅਰ ਸੀ, ਐਤਕੀ ਆਰਮੀ 'ਚ ਵੀ ਹੋ ਗਿਆ ਜੀ, ਅਤੇ ਪੇਪਰ ਰਹਿੰਦਾ ਜੀ, ਉਹ ਵੀ ਹੋ ਜਾਊਗੀ ਸ਼ਾਇਦ। ਤੁਹਾਡਾ ਪੇਪਰ ਹੁਣ ਪਿੱਛੇ ਭਰਤੀ ਹੋਈ ਸੀ, ਤੁਹਾਡਾ ਪੇਪਰ ਰਹਿੰਦਾ? ਹਾਂਜੀ ਪੇਪਰ ਰਹਿੰਦਾ ਜੀ ਸਾਡਾ ਜੀ। ਤੁਸੀਂ ਦੇਖਿਆ ਦੋਸਤੋ, ਇਹ ਉਹਨਾਂ ਵਿੱਚੋਂ ਜਿਹੜੇ 20-22 ਨੌਜਵਾਨ ਨੇ, ਉਹਨਾਂ ਵਿੱਚੋਂ ਇੱਕ ਨੌਜਵਾਨ ਸੰਜੂ ਹੈ ਜਿਹੜਾ ਫੌਜ ਦੀ ਭਰਤੀ ਦੀ ਤਿਆਰੀ ਕਰਦਾ ਸੀ। ਭਰਤੀ ਹੋ ਚੁੱਕਿਆ ਹੈ, ਇਕੱਲਾ ਪੇਪਰ ਰਹਿੰਦਾ ਹੈ। ਹਾਂ, ਇੱਕ ਨੌਜਵਾਨ ਮੇਰੇ ਨਾਲ ਹੋਰ ਖੜਾ ਹੈ। ਕੀ ਨਾਮ ਹੈ ਤੁਹਾਡਾ? ਗੁਰਪ੍ਰੀਤ ਸਿੰਘ ਜੀ। ਹਾਂ ਗੁਰਪ੍ਰੀਤ, ਤੁਸੀਂ ਕਾਹਦੀ ਤਿਆਰੀ ਕਰਦੇ ਹੋ? ਅਸੀਂ ਆਰਮੀ ਦੀ ਤਿਆਰੀ ਕੀਤੀ ਜੀ। ਹੁਣ ਅਸੀਂ ਫਿੱਟ ਹੋ ਰਹੇ, ਪੇਪਰ ਸਾਡਾ ਹੁਣ 31 ਅਕਤੂਬਰ ਨੂੰ ਵੀ, ਦੇਖੋ ਹੁਣ ਕੀ ਬਣਦਾ ਜੀ। ਦੇਖੋ ਪੇਪਰ ਦਵਾਂਗੇ। ਬੇਸ਼ੱਕ ਸਮੇਂ ਦੀਆਂ ਸਰਕਾਰਾਂ ਸਮੇਂ-ਸਮੇਂ ਬਹੁਤ ਢੀਂਗਾਂ ਮਾਰਦੀਆਂ ਨੇ, ਬਹੁਤ ਵੱਡੀਆਂ ਗੱਲਾਂ ਕਰਦੀਆਂ ਨੇ। ਮੁੱਖ ਮੰਤਰੀ ਦੇ ਚਾਅ ਵਿੱਚ ਉਲਝੀ ਇਹ ਕਾਂਗਰਸ ਪਾਰਟੀ, ਕੇਂਦਰ ਦੀ ਸੱਤਾ ਨੇ ਕਿਸਾਨਾਂ ਨੂੰ ਤੁਹਾਡੇ ਸਾਹਮਣੇ ਕੀ ਕੁਝ ਕੀਤਾ ਹੋਇਆ, ਪਰ ਇਸ ਜਵਾਨੀ ਨੂੰ ਸੰਭਾਲਣ ਦੇ ਲਈ ਇਹ ਕੀ ਉਪਰਾਲੇ ਕਰ ਰਹੀਆਂ ਨੇ, ਇਹ ਤੁਹਾਡੇ ਸਾਹਮਣੇ ਹੈ। ਅੱਜ ਜਿਹੜਾ ਮੇਨ ਗਰਾਊਂਡ ਹੈ, ਬਹੁਤ ਸਾਰੀਆਂ ਲੋੜਾਂ ਲਈ ਤਰਸ ਰਿਹਾ ਹੈ। ਸਾਰੀਆਂ ਲੋੜਾਂ ਦੱਸੋ ਜਿਹੜੀਆਂ ਇਸ ਗਰਾਊਂਡ ਨੂੰ ਚਾਹੀਦੇ ਨੇ ਹਰ ਹਾਲ ਦੇ ਵਿੱਚ। ਹੁਣ ਸਭ ਤੋਂ ਪਹਿਲਾਂ ਤਾਂ ਸਾਡੀ ਲੋੜ ਹੈ ਜਿਹੜੀ ਕਿ ਗਰਾਊਂਡ ਵਾਸਤੇ ਪਾਣੀ ਦੀ ਹੈ। ਇੱਥੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ ਸਾਨੂੰ, ਇਸ ਲਈ ਸਾਨੂੰ ਬਾਹਰੋਂ ਕੈਂਪਰ ਲਿਆਉਣੇ ਪੈਂਦੇ ਨੇ RO ਤੋਂ। ਕਦੇ 1 ਕੈਂਪਰ ਲਿਆਂਦਾ, 2 ਲਿਆਂਦੇ, ਕਿਉਂਕਿ ਸਾਡੇ ਜਵਾਕ ਪ੍ਰੈਕਟਿਸ ਕਰਦੇ ਨੇ 40-50 ਤੋਂ 60-70 ਵੱਧਦੇ ਜਾਂਦੇ ਨੇ ਦਿਨੋਂ ਦਿਨ, ਅਤੇ ਸਾਨੂੰ ਪਾਣੀ ਦੀ ਬਹੁਤ ਵੱਡੀ ਘਾਟ ਮਹਿਸੂਸ ਹੁੰਦੀ ਹੈ। ਇੱਥੇ ਪਾਣੀ ਨਾ ਪੀਣ ਵਾਲਾ ਹੋਣ ਕਰਕੇ ਸਾਨੂੰ ਕੈਂਪਰ ਲਿਆਉਣੇ ਪੈਂਦੇ ਨੇ। 1-2 ਕੈਂਪਰਾਂ ਨਾਲ ਨਹੀਂ ਸਰਦਾ। ਬੱਚੇ ਆਪਦੀਆਂ ਬੋਤਲਾਂ ਲੈ ਕੇ ਆਉਂਦੇ ਨੇ ਪਾਣੀ ਦੀਆਂ, ਪਰ ਉਹਨਾਂ ਨਾਲ ਵੀ ਨਹੀਂ ਕੋਈ ਸਾਨੂੰ ਫਰਕ ਪੈਂਦਾ, ਸਰਦਾ ਹੀ ਨਹੀਂ ਉਹਦੇ ਬਿਨਾਂ। ਪਾਣੀ ਤੋਂ ਬਿਨਾਂ ਹੋਰ 1 ਬਾਏ 1 ਸਾਰੀ ਦੱਸੋ। ਪਾਣੀ ਤੋਂ ਬਿਨਾਂ ਸਾਡੇ ਇੱਥੇ ਸਭ ਤੋਂ ਵੱਡੀ ਪ੍ਰੋਬਲਮ, ਇੱਕ ਇੱਥੇ ਲਾਈਟ ਦਾ ਪ੍ਰਬੰਧ ਨਹੀਂ ਹੈ ਕੋਈ ਵੀ ਹੈ। ਹਨੇਰਾ ਪੈਂਦਾ, ਹੁਣ ਜਦੋਂ ਟਾਈਮ ਨਾਲ ਸੂਰਜ ਛਿਪ ਜਾਂਦਾ, ਹੁਣ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਇੱਥੇ ਲਾਈਟ ਦਾ ਆਉਣ ਜਾਣ ਦਾ ਕੋਈ ਪ੍ਰਬੰਧ ਨਹੀਂ। ਲਾਈਟ ਦੇ ਵਿੱਚ ਬਹੁਤ ਹਨੇਰਾ ਹੁੰਦਾ, ਬੱਚਿਆਂ ਨੂੰ ਜਾਣ 'ਚ ਬਹੁਤ ਮੁਸ਼ਕਿਲ ਹੁੰਦੀ ਹੈ। ਅਤੇ ਇਸ ਤੋਂ ਇਲਾਵਾ ਸਾਡੇ ਇੱਥੇ ਇਹ ਬੱਚਿਆਂ ਵਾਸਤੇ ਕੋਈ ਖੇਡਾਂ ਦਾ ਸਮਾਨ ਨਹੀਂ ਹੈ। ਹੁਣ ਜਿਹੜਾ ਖੇਡਾਂ ਬੱਚੇ ਪੈਸੇ ਇਕੱਠੇ ਕਰਕੇ ਪਹਿਲਾਂ ਤਾਂ ਗਰਾਊਂਡ ਨੂੰ ਲੇਬਲ ਕਰਵਾਇਆ, ਕੰਪਿਊਟਰ ਕਰਾ ਹਲਾ ਕੇ, ਅਤੇ ਇੰਨੇ ਬੱਚੇ ਆ ਸਾਡੇ ਠੀਕ ਕਰਾਉਂਦੇ ਨੇ ਕਿ ਇੰਨਾ ਪੈਸਾ ਦੇ ਨਹੀਂ ਸਕਦੇ, ਆਰਥਿਕ ਪੱਖੋਂ ਇੰਨਾ ਖਰਚ ਨਹੀਂ ਕਰ ਸਕਦੇ। ਇਸ ਕਰਕੇ ਸਾਡੇ ਕੋਲ ਖੇਡਾਂ ਦਾ ਸਮਾਨ ਹੈ ਜਿਹੜੀ ਬਹੁਤ ਘਾਟ ਮਹਿਸੂਸ ਹੁੰਦੀ ਹੈ। ਇੱਕ ਹੋਰ ਇਸ ਤੋਂ ਇਲਾਵਾ ਸਾਡੇ ਕੋਲ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਆਊਟਡੋਰ ਜਿੰਮ ਉਹ ਚਾਹੀਦੀ ਹੈ, ਜਿਹਨਾਂ ਨਾਲ ਕਿ ਬੱਚਿਆਂ ਨੂੰ ਪੂਰਾ ਸਟਰੋਂਗ ਬਣਾਇਆ ਜਾ ਸਕੇ, ਸ਼ਕਤੀਸ਼ਾਲੀ ਬਣਾਇਆ ਜਾ ਸਕੇ। ਜਦੋਂ ਕਿਸੇ ਕੋਰਟ ਕਚਹਿਰੀ ਦੇ ਵਿੱਚੋਂ ਕਿਸੇ ਧੀ ਦੀ ਵੀਡੀਓ ਵਾਇਰਲ ਹੁੰਦੀ ਹੈ ਤਾਂ ਅਸੀਂ ਹੀ ਲੋਕ ਹਾਂ ਜਿਹੜੇ ਉਸ ਗੱਲਾਂ ਦਾ ਖੂਬ ਤਮਾਸ਼ਾ ਵੇਖਦੇ ਹਾਂ।
ਪਰ ਇਹ ਸਾਡੀਆਂ ਮੁਟਿਆਰ ਧੀਆਂ ਜਿਹੜੀਆਂ ਪੜ੍ਹ ਲਿਖ ਰਹੀਆਂ ਨੇ, ਜਿਹੜੀਆਂ ਗਰਾਊਂਡ 'ਚ ਆ ਕੇ ਆਪਣੇ ਸੁਪਨੇ ਪੂਰਾ ਕਰਨਾ ਚਾਹੁੰਦੀਆਂ ਨੇ, ਲੋੜ ਹੈ ਇਹ ਜਵਾਨੀ ਨੂੰ ਸੰਭਾਲਣ ਦੀ। ਕੀ ਨਾਮ ਆ ਤੁਹਾਡਾ? ਸਿਮਰਨਜੋਤ ਸਰ। ਸਿਮਰਨ, ਗਰਾਊਂਡ ਵਿੱਚ ਕਦੋਂ ਤੋਂ ਆਉਂਦੇ ਹੋ? ਇੱਥੇ ਆ ਕੇ ਕੀ ਮਹਿਸੂਸ ਕਰਦੇ ਹੋ? ਕਿਉਂਕਿ ਮੈਨੂੰ ਇਹ ਲੱਗਦਾ ਅਸੀਂ ਜਿਹੜੀ ਪਹਿਲਾਂ ਗੱਲ ਪੁੱਛੀ ਹੈ ਕਿ ਇੱਕ ਲੜਕੀਆਂ ਲਈ ਹੈ ਨਾ, ਲੜਕੇ ਤੇ ਲੜਕੀਆਂ, ਜਿਹੜੇ ਲੋਕ ਕਹਿੰਦੇ ਨੇ ਆਪਣੇ ਏਰੀਏ ਨੂੰ ਬੈਕਵਰਡ ਕਹਿੰਦੇ ਨੇ, ਜਿਹੜੇ ਕਹਿੰਦੇ ਨੇ ਕੁੜੀਆਂ ਮੁੰਡੇ ਇਕੱਠੇ ਖੇਡ ਨਹੀਂ ਸਕਦੇ, ਜਿਹੜੇ ਕਹਿੰਦੇ ਨੇ ਕੁੜੀਆਂ ਮੁੰਡੇ ਇਕੱਠੇ ਇਹ ਨਹੀਂ ਕਰ ਸਕਦੇ, ਉਹ ਨਹੀਂ ਕਰ ਸਕਦੇ, ਤਰ੍ਹਾਂ ਤਰ੍ਹਾਂ ਸਵਾਲ ਅਸੀਂ, ਖਾਸ ਕਰ ਜਦੋਂ ਘਰੋਂ ਲੜਕੀ ਨਿਕਲਦੀ ਹੈ ਤਾਂ ਬਹੁਤ ਸਾਰੇ ਸਵਾਲ ਪੈਦਾ ਹੁੰਦੇ ਨੇ, ਹੈ ਨਾ। ਕੀ ਪੜ੍ਹ ਰਹੀ ਹੈ, ਕੀ ਕਰ ਰਹੀ ਹੈ, ਪਹਿਲਾਂ ਉਹ ਦੱਸੋ। ਸਰ ਮੈਂ LLB ਕੰਪਲੀਟ ਕੀਤੀ ਹੈ। ਲੜਕੀ LLB ਕਰ ਰਹੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਇੱਥੇ ਆ ਕੇ ਕੀ ਸੋਚਦੀ ਹੈ? ਸਰ ਮਤਲਬ ਸਾਡੇ ਕੋਚ ਸਾਹਿਬ ਮਤਲਬ ਬਹੁਤ ਕੋਆਪਰੇਟ ਕਰਦੇ ਨੇ, ਕੋਈ ਐਦਾਂ ਦੀ ਗੱਲ ਨਹੀਂ ਹੈ। ਔਰ ਸਰ ਮਤਲਬ ਡਿਸਿਪਲਿਨ ਪ੍ਰੋਪਰ ਬਣਾ ਕੇ ਰੱਖਦੇ ਆ ਮੁੰਡੇ ਕੁੜੀਆਂ 'ਚ। ਸਰ ਵਧੀਆ ਫਿਟਨੈਸ ਲਈ ਸਭ ਪ੍ਰੋਵਾਈਡ ਕਰਦੇ ਆ, ਐਕਸਰਸਾਈਜ਼ ਵਗੈਰਾ। ਹਾਂ, ਤੁਹਾਡਾ ਕੀ ਨਾਮ ਬੇਟੇ? ਸਿਮਰਨ ਕੌਰ। ਕਿੰਨੇ ਚਿਰ ਤੋਂ ਗਰਾਊਂਡ 'ਚ ਆ ਰਹੀ ਹੈ? 3 ਮੰਥ ਹੋਣ ਵਾਲੇ ਆ। ਗਰਾਊਂਡ 'ਚ ਆ ਕੇ ਕੋਈ ਦਿੱਕਤ ਹੋਵੇ ਜਾਂ ਤੁਹਾਨੂੰ ਲੱਗਦਾ ਹੋਵੇ ਵੀ ਸਾਡੇ ਗਰਾਊਂਡ ਨੂੰ ਇਹ ਚਾਹੀਦਾ, ਕੀ ਕਹੋਗੇ? ਸਰ ਜ਼ਿਆਦਾਤਰ ਤਾਂ ਪਾਣੀ ਦਾ ਤੇ ਖੇਡਾਂ ਦੇ ਸਮਾਨ ਦਾ ਪ੍ਰਬੰਧ ਹੈ, ਉਹ ਨਹੀਂ ਹੈਗਾ ਗਰਾਊਂਡ 'ਚ, ਉਹਦੀ ਕੀ ਹੈ ਜ਼ਿਆਦਾ ਜ਼ਰੂਰਤ ਹੈਗੀ। ਤੁਸੀਂ ਕਾਹਦੀ ਤਿਆਰੀ ਕਰ ਰਹੇ ਹੋ? ਅਸੀਂ ਆਰਮੀ ਦੀ। ਆਰਮੀ ਦੀ ਕਿੰਨੀ ਪੜ੍ਹਾਈ ਕਰ ਰਹੀ ਹੈ ਨਾਲ ਨਾਲ? ਹਾਂਜੀ, ਹੁਣ +2 ਕੀਤੀ ਹੈਗੀ। ਕੀ ਨਾਮ ਬੇਟਾ ਤੁਹਾਡਾ? ਸਰ ਅਮਨਦੀਪ ਕੌਰ। ਪੜ੍ਹਦੀ ਹੈ? ਹਾਂਜੀ ਸਰ। ਕਿਹੜੀ ਕਲਾਸ 'ਚ? BA ਸੈਕੰਡ ਈਅਰ ਸਰ। ਕਿਹੜੇ ਕਾਲਜ 'ਚ? ਕ੍ਰਿਸ਼ਨਾ ਕਾਲਜ ਰੱਲੀ ਸਰ। ਇੱਥੇ ਗਰਾਊਂਡ ਦੇ ਵਿੱਚ ਤੁਸੀਂ ਕਾਹਦੀ ਤਿਆਰੀ ਕਰ ਰਹੇ ਹੋ? ਸਰ ਪੰਜਾਬ ਪੁਲਿਸ ਦੀ। ਕਿੰਨੇ ਚਿਰ ਤੋਂ? 3 ਮੰਥ ਤੋਂ ਸਰ। ਤੁਸੀਂ ਦੇਖਿਆ ਬਹੁਤ ਸਾਰੇ, ਜੇ ਅਸੀਂ ਇਕੱਲੇ ਨੌਜਵਾਨ ਮੁੰਡੇ ਕੁੜੀ ਦੀ ਗੱਲ ਕਰੀਏ ਤਾਂ ਇਸ ਗਰਾਊਂਡ ਦੇ ਵਿੱਚ ਆ ਕੇ ਕੋਈ ਫੌਜ ਦੀ ਤਿਆਰੀ ਕਰਦਾ, ਕੋਈ ਪੁਲਿਸ ਦੀ ਤਿਆਰੀ ਕਰਦਾ, ਕੋਈ ਫਿਜ਼ੀਕਲ ਫਿਟਨੈਸ ਦੀ ਗੱਲ ਕਰਦਾ, ਕੋਈ ਖਿਡਾਰੀ ਬਣਨਾ ਚਾਹੁੰਦਾ। ਪਰ ਲੋੜ ਹੈ ਇਹਨਾਂ ਦੇ ਜਜ਼ਬਾਤਾਂ ਨੂੰ ਸਮਝਣ ਦੀ, ਇੱਥੋਂ ਦੇ ਲੋਕਲ ਪ੍ਰਸ਼ਾਸਨ ਨੂੰ ਇਹਨਾਂ ਦੀਆਂ ਲੋੜਾਂ ਨੂੰ ਸਮਝਣ ਦੀ। ਮਹਾਰਾਜਾ ਰਣਜੀਤ ਸਿੰਘ ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਸੂਰਤਪਾਲ ਬਰੇਟਾ ਜੀ ਮੇਰੇ ਨਾਲ ਖੜੇ ਨੇ, ਜਿਨ੍ਹਾਂ ਨੇ ਇੱਥੇ ਨੌਜਵਾਨੀ ਨੂੰ ਤਿਆਰੀ ਕਰਾਉਣ ਦਾ ਬੀਜ ਬੀਜਿਆ। ਇਹਨਾਂ ਦੇ ਨਾਲ ਇਹਨਾਂ ਦੀ ਸਮੁੱਚੀ ਟੀਮ ਨੂੰ ਮੁਬਾਰਕਾਂ ਦੇਣਾ ਬਣਦਾ ਹੈ ਕਿ ਇਸ ਗਰਾਊਂਡ ਨੂੰ ਇਹਨਾਂ ਨੇ ਤਿਆਰ ਕੀਤਾ। ਕੀ ਕਹਿਣਾ ਚਾਹੁੰਦੇ ਨੇ, ਕਰਦੇ ਹਾਂ ਗੱਲਬਾਤ। ਹਾਂ ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ ਜੀ। ਸੂਰਤ, ਜਦੋਂ ਤੁਸੀਂ ਗਰਾਊਂਡ ਤਿਆਰੀ ਕਰਨੀ ਸੋਚਿਆ ਸੀਗਾ, ਉਦੋਂ ਤੁਸੀਂ ਕੀ ਸੋਚਦੇ ਸੀ ਤੇ ਅੱਜ ਕੀ ਸੋਚਦੇ ਹੋ? ਪਹਿਲਾਂ ਤਾਂ ਜੀ ਅਸੀਂ ਸਰਲੇਖ ਚੈਨਲ ਦੀ ਸਾਰੀ ਟੀਮ ਦਾ ਇੱਥੇ ਪਹੁੰਚਣ ਦੇ ਧੰਨਵਾਦ ਕਰਦੇ ਹਾਂ ਜੀ। ਅਸੀਂ ਸਭ ਤੋਂ ਫਸਟ ਟਾਈਮ ਜੀ 2016 ਦੇ ਵਿੱਚ ਇਸ ਗਰਾਊਂਡ 'ਚ ਤਿਆਰੀ ਕਰਨ ਲੱਗੇ ਸੀ। ਉਦੋਂ ਸਾਡਾ ਵੀ ਸੁਪਨਾ ਸੀ ਵੀ ਅਸੀਂ ਵੀ ਭਰਤੀ ਹੋਣਾ ਜੀ, ਪਰ ਕੁਝ ਮਜਬੂਰੀਆਂ ਲਾ ਲਓ, ਜਿਵੇਂ ਵੀ ਘਰ ਦੇ ਹਾਲਾਤ ਲਾ ਲਓ, ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਸਾਨੂੰ ਪਿੱਛੇ ਹਟਣਾ ਪੈ ਗਿਆ। ਤੇ ਜਿਹੜੀ ਇਹ ਗਰਾਊਂਡ ਦੀ ਗੱਲ ਹੈ, ਇਹ ਜਿਹੜੀ ਜ਼ਮੀਨ ਹੈ, ਸਭ ਤੋਂ ਫਸਟ ਟਾਈਮ ਜੀ ਇਹ ਬਰੇਟੇ ਪਿੰਡ ਦੇ ਕਿਸੇ ਦਾਨੀ ਸੱਜਣ ਨੇ ਸਰਕਾਰੀ ਸਕੂਲ ਬਵਾਏ ਬਰੇਟਾ ਉਹਨਾਂ ਨੂੰ ਦਾਨ ਦਿੱਤੀ ਸੀ। ਤੇ ਉਦੋਂ ਬਾਅਦ ਅਸੀਂ ਉੱਥੇ ਮੌਜੂਦਾ ਪ੍ਰਿੰਸੀਪਲ ਸਰਦਾਰ ਯਾਦਵਿੰਦਰ ਸਿੰਘ ਜੀ, ਉਹਨਾਂ ਨਾਲ ਗੱਲ ਕਰਕੇ ਉਹਨਾਂ ਤੋਂ ਇਸ ਗਰਾਊਂਡ ਵਾਸਤੇ ਆਗਿਆ ਲੈ ਕੇ ਐਜ ਏ ਓਲਡ ਸਟੂਡੈਂਟ ਹੋਣ ਦੇ ਨਾਂ 'ਤੇ ਅਸੀਂ ਉਹਨਾਂ ਨੂੰ ਕਿਹਾ ਕਿ ਸਾਡੇ ਕੋਲੇ ਕੋਈ ਗਰਾਊਂਡ ਨਹੀਂ, ਕਿ ਇਹ ਸਕੂਲ ਦੀ ਜ਼ਮੀਨ ਵਿਹਲੀ ਪਈ ਹੈ, ਕਿ ਅਸੀਂ ਇੱਥੇ ਤਿਆਰੀ ਕਰਨਾ ਚਾਹੁੰਦੇ ਹਾਂ। ਤੇ ਉਹਨਾਂ ਨੇ ਸਾਨੂੰ ਇਸ ਗੱਲ ਲਈ ਮਨਜ਼ੂਰੀ ਦਿੱਤੀ। ਜਦੋਂ ਅਸੀਂ ਇੱਥੇ ਆਉਣ ਲੱਗੇ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ। ਇੱਥੇ ਕੋਈ ਸਫਾਈ ਨਹੀਂ ਸੀ, ਕੋਈ ਆਉਣ ਦਾ ਰਸਤਾ ਨਹੀਂ ਸੀ। ਅਸੀਂ ਇੱਦਾਂ ਹੀ ਕਦੇ ਕਿਸੇ ਸਾਈਡ ਤੋਂ ਕੰਧ ਟੱਪ ਕੇ ਆਉਣਾ, ਕਦੇ ਕਿਸੇ ਸਾਈਡ ਤੋਂ ਕੰਧ ਟੱਪ ਕੇ ਆਉਣਾ, ਸਾਡਾ ਇੱਦਾਂ ਹੀ ਗਰਾਊਂਡ ਦੇ ਵਿੱਚ ਆਉਣਾ ਜਾਣਾ ਚੱਲਦਾ ਰਿਹਾ। ਹੌਲੀ ਹੌਲੀ ਅਸੀਂ ਇਹਨਾਂ ਮੁੰਡਿਆਂ ਦੇ, ਦੋਸਤਾਂ ਦੇ, ਸਾਰੇ ਮਿੱਤਰਾਂ ਦੇ ਸਹਿਯੋਗ ਨਾਲ ਥੋੜ੍ਹਾ ਫੰਡ ਕਰਕੇ ਅਸੀਂ ਹੌਲੀ ਹੌਲੀ ਇਸ ਗਰਾਊਂਡ ਨੂੰ ਸਮਾਰਦੇ ਰਹੇ, ਲੀਹ 'ਤੇ ਲਿਆਉਂਦੇ ਰਹੇ। ਥੋੜ੍ਹਾ ਹੋਇਆ, ਉਹ ਦਿਨਾਂ ਨੂੰ ਚੱਲਦੇ ਹੋਏ ਹੁਣ ਸਾਈਡਾਂ ਤੋਂ ਰਸਤੇ ਬੰਦ ਕਰ ਦਿੱਤੇ ਗਏ, ਜਿਹੜੀ ਸਾਨੂੰ ਜ਼ਿਆਦਾ ਮੁਸ਼ਕਲ ਆ ਰਹੀ ਸੀ। ਜਦੋਂ ਰਸਤੇ ਬੰਦ ਕਰ ਦਿੱਤੇ ਗਏ, ਅਸੀਂ ਪ੍ਰਸ਼ਾਸਨ ਦੀ ਮਦਦ ਦੇ ਨਾਲ ਇਸ ਗਰਾਊਂਡ ਦਾ ਜੋ ਪੱਕਾ ਰਸਤਾ ਸੀ ਉਹ ਖੁਲਵਾ ਲਿਆ ਗਿਆ। ਜੋ ਨਾਲ ਦੇ ਕਿਸੇ ਗੱਲਾਂ ਕਰਕੇ, ਕਿਸੇ ਮਜਬੂਰੀਆਂ ਕਰਕੇ ਬੰਦ ਸੀ ਜਾਂ ਕੋਈ ਹੋਰ ਦਿੱਕਤਾਂ ਲਾ ਲਓ, ਹੁਣ ਉਹ ਰਸਤਾ ਛੱਡ ਦਿੱਤਾ। ਉਹਦੀ ਸਾਨੂੰ ਕੋਈ ਪ੍ਰੋਬਲਮ ਨਹੀਂ। ਜੋ ਪ੍ਰਸ਼ਾਸਨ ਨੇ ਸਾਡਾ ਸਾਥ ਦਿੱਤਾ, ਇੱਥੇ ਬਰੇਟੇ ਦੇ ਨਗਰ ਕੌਂਸਲ ਦੇ ਵਿੱਚ EO ਸਾਹਿਬ ਸੀ, ਉਹਨਾਂ ਦਾ ਸਾਨੂੰ ਬਹੁਤ ਸਹਿਯੋਗ ਰਿਹਾ। ਤੇ ਹੁਣ ਸਾਨੂੰ ਇੱਕ ਮੇਨ ਪ੍ਰੋਬਲਮ ਆ ਰਹੀ ਹੈ, ਜਿਹੜਾ ਰਸਤਾ ਇਸ ਗਰਾਊਂਡ ਨੂੰ ਆ ਰਿਹਾ, ਉਸ ਰਸਤੇ ਦੇ ਵਿੱਚ ਇੱਕ ਖੰਭਾ ਹੈ, ਜਿਹਦੇ ਕਰਕੇ ਕੋਈ ਵੀ ਸਾਧਨ ਅੰਦਰ ਨਹੀਂ ਆ ਸਕਦਾ। ਤੇ ਇਸ ਗਰਾਊਂਡ ਨੂੰ ਬਸ ਇੱਕੋ ਹੀ ਰਸਤਾ ਹੈ, ਹੋਰ ਕੋਈ ਰਸਤਾ ਨਹੀਂ ਜਿਸ ਦੇ ਰਾਹੀਂ ਅਸੀਂ ਕੋਈ ਸਾਧਨ ਅੰਦਰ ਆ ਸਕੇ, ਜਾਂ ਸਾਨੂੰ ਕੋਈ ਉਰੇ ਪਾਣੀ ਦੀ ਲੋੜ ਹੋਵੇ ਵੀ ਅਸੀਂ ਕੋਈ ਟਰੈਕਟਰ ਅੰਦਰ ਟਪਾ ਲਈਏ, ਤਾਂ ਸਾਨੂੰ ਉਸ ਰਸਤੇ ਦੇ ਵਿੱਚ ਜੋ ਖੰਭਾ ਹੈ ਉਹਦੇ ਪ੍ਰਤੀ ਸਾਨੂੰ ਬਹੁਤ ਪ੍ਰੋਬਲਮ ਹੈ। ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ
ਕਿ ਉਹ ਖੰਭਾ ਰਸਤੇ 'ਚੋਂ ਸਾਈਡ ਤੇ ਕਰਵਾਇਆ ਜਾਵੇ। ਅਸੀਂ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਜੀ। ਕਲੱਬ ਦੇ ਪ੍ਰਧਾਨ ਦੇ ਅਹੁਦੇਦਾਰ ਸਦਕਾ ਤੁਸੀਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਜਾਂ ਐਮਐਲਏ ਐਮਪੀ ਨੂੰ ਕਦੇ ਮਿਲੇ ਹੋਵੋ, ਆਪਣੀਆਂ ਜਿਹੜੀਆਂ ਮੰਗਾਂ ਨੇ, ਤੁਹਾਡੀਆਂ ਮੰਗ ਪੱਤਰ ਹੈ, ਕਿਸੇ ਨੂੰ ਸੌਂਪਿਆ ਹੋਵੇ ਤੇ ਕਿਸੇ ਨੇ ਕੋਈ ਦਿਲਾਸਾ ਦਿੱਤਾ ਹੋਵੇ? ਨਹੀਂ, ਅੱਜ ਤੱਕ ਅਸੀਂ ਕਿਸੇ ਨਾ ਐਮਐਲਏ ਨੂੰ ਨਾ ਕਿਸੇ ਲੀਡਰ ਨੂੰ ਅਸੀਂ ਕਿਸੇ ਨੂੰ ਨਹੀਂ ਮਿਲੇ। ਸਾਡਾ ਇਸ ਪਾਸੇ ਕੋਈ ਰੁਝਾਨ ਹੀ ਨਹੀਂ ਸੀ ਕਿ ਅਸੀਂ ਕਿਸੇ ਲੀਡਰ ਨੂੰ ਮਿਲੀਏ। ਜਦੋਂ ਇੱਕ ਦੋ ਵਾਰੀ ਅਸੀਂ ਕਿਸੇ ਲੀਡਰ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੈ ਤਾਂ ਸਾਡੀਆਂ ਮੰਗਾਂ ਨੂੰ ਪਿੱਛੇ ਰੱਖ ਕੇ ਪਹਿਲਾਂ ਉਹ ਆਪਣੀਆਂ ਮੰਗਾਂ ਸਾਡੇ ਅੱਗੇ ਰੱਖ ਲੈਂਦੇ ਹੈ ਕਿ ਤੁਸੀਂ ਕਿਸ ਪਾਰਟੀ ਨਾਲ ਰਹੋਗੇ। ਅਸੀਂ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਇੱਥੋਂ ਇਹ ਮੁੰਡਿਆਂ ਨੂੰ ਚਾਹੁੰਦੇ ਹਾਂ ਕਿ ਇਹ ਭਰਤੀ ਹੋ ਕੇ ਆਪਦੀ ਜ਼ਿੰਦਗੀ ਸੈਟਲ ਕਰਨ, ਨਾ ਕਿ ਕਿਸੇ ਲੀਡਰ ਦੇ ਪਿੱਛੇ ਰੈਲੀਆਂ 'ਚ ਜਾਂ ਉਹਨਾਂ ਦੀਆਂ ਬੱਸਾਂ 'ਚ ਜਾਂ ਉਹ ਕਹਿਣ ਅੱਜ ਇੱਥੇ ਧਰਨਾ ਉੱਥੇ ਧਰਨਾ, ਕਿ ਉਹਨਾਂ ਪਿੱਛੇ ਧੱਕੇ ਖਾਣ। ਅਸੀਂ ਇਹਨਾਂ ਨੂੰ ਇੱਕ ਟਰੈਕ ਤੇ ਰੱਖਣਾ ਚਾਹੁੰਦੇ ਹਾਂ ਜੋ ਇਹਨਾਂ ਦਾ ਟੀਚਾ ਮਿਥਿਆ ਹੋਇਆ। ਇਸ ਲਈ ਅਸੀਂ ਪ੍ਰਸ਼ਾਸਨ ਤੋਂ ਮੰਗ ਤਾਂ ਕਰਦੇ ਹਾਂ ਵੀ ਸਾਡਾ ਸਹਿਯੋਗ ਦਿੱਤਾ ਜਾਵੇ, ਪਰ ਅਸੀਂ ਪਰਸਨਲੀ ਕਿਸੇ ਲੀਡਰ ਨੂੰ ਕਦੇ ਇਸ ਵਿਸ਼ੇ ਤੇ ਨਹੀਂ ਮਿਲੇ। ਲੱਖ ਲਾਹਨਤਾਂ ਨੇ ਉਹਨਾਂ ਲੀਡਰਾਂ ਨੂੰ ਜਿਹੜੇ ਲੀਡਰ ਇਹ ਜਵਾਨੀ ਜਿਹੜੀ ਸਾਨੂੰ ਸੰਭਾਲਣ ਦਾ ਹੱਕ ਬਣਦਾ ਹੈ, ਤੇ ਨੌਜਵਾਨ ਕਲੱਬ ਦੇ ਇਸ ਉਮਰ ਦੇ ਵਿੱਚ ਕਲੱਬਰ ਦੀ ਪ੍ਰਧਾਨਗੀ ਲੈਣਾ ਤੇ 200-400 ਮੁੰਡੇ ਨੂੰ ਆਪਣੀ ਪਿੱਠੇ ਪਿੱਛੇ ਖੜਾ ਲੈਣਾ, ਇਹ ਲੀਡਰੀ ਵਾਲੇ ਗੁਣ ਹੁੰਦੇ ਨੇ। ਪਰ ਜਦੋਂ ਨਿੱਜੀ ਗੱਲ ਹੋਵੇ ਤਾਂ ਗੱਲ ਹੋਰ ਹੁੰਦੀ ਹੈ, ਪਰ ਜਦੋਂ ਗਰਾਊਂਡ ਦੀ, ਜਦੋਂ ਸਾਂਝੀ ਬਾਲਤਾ ਦੀ ਗੱਲ ਹੋਵੇ, ਜਦੋਂ ਭਾਈਚਾਰੇ ਦੀ ਗੱਲ ਹੋਵੇ, ਜਦੋਂ ਜਵਾਨੀ ਨੂੰ ਬਚਾਉਣ ਦੀ ਗੱਲ ਹੋਵੇ, ਤੇ ਜਿਹੜੇ ਲੀਡਰ ਇਹਨਾਂ ਅੱਗੇ ਅਜਿਹੀਆਂ ਡਿਮਾਂਡਾਂ ਰੱਖਦੇ ਨੇ ਕਿ ਤੁਹਾਡਾ ਵੋਟ ਬੈਂਕ ਕਿੱਧਰ ਹੈ, ਤੁਸੀਂ ਕਿਹੜੀ ਪਾਰਟੀ ਨਾਲ ਤੁਰੋਗੇ, ਇਹੋ ਜਿਹੇ ਲੀਡਰਾਂ ਨੂੰ ਅਸੀਂ ਲਾਹਨਤਾਂ ਪਾਉਂਦੇ ਹਾਂ। ਤੇ ਚੰਗੇ ਲੀਡਰਾਂ ਤੋਂ, ਸਾਡੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਨੌਜਵਾਨਾਂ ਦੀ ਗੱਲ ਸੁਣੀ ਜਾਵੇ ਤੇ ਇਸ ਗਰਾਊਂਡ ਦੇ ਵਿੱਚ ਜਿਹੜੀਆਂ ਲੋੜੀ ਦੀਆਂ ਮੰਗਾਂ ਨੇ, ਬਹੁਤ ਸਾਰੀਆਂ ਸੁਵਿਧਾਵਾਂ ਦੀ ਘਾਟ ਹੈ, ਉਹ ਜਲਦੀ ਪੂਰੀਆਂ ਕੀਤੀਆਂ ਜਾਣ। ਸੋ ਬਣੇ ਰਹੋ ਸਿਰਲੇਖ ਦੇ ਨਾਲ। ਸ਼ੁਕਰੀਆ।